ਬੱਚਿਓ, ਅੱਜ ਦੇ ਇਸ BA ਥਰਡ ਸਮੈਸਟਰ ਦੇ ਲੈਕਚਰ ਦੇ ਵਿੱਚ ਤੁਹਾਡਾ ਸਵਾਗਤ ਹੈ। ਅੱਜ ਦੇ ਲੈਕਚਰ ਦੇ ਵਿੱਚ ਬੇਸਿਕਲੀ ਅਸੀਂ ਇੱਕ ਛੋਟਾ ਜਿਹਾ ਟੌਪਿਕ ਜਿਹੜਾ ਹੈ ਡਿਸਕਸ ਕਰਾਂਗੇ, ਨੀਤੀ ਆਯੋਗ। ਹੁਣ ਨੀਤੀ ਆਯੋਗ ਦੀ ਫੁੱਲ ਫਾਰਮ ਕੀ ਹੈਗੀ ਹੈ? ਨੈਸ਼ਨਲ ਇੰਸਟੀਟਿਊਸ਼ਨ ਫਾਰ ਟਰਾਂਸਫਾਰਮਿੰਗ ਇੰਡੀਆ। ਇਹ ਨੀਤੀ ਆਯੋਗ ਦਾ ਜਿਹੜਾ ਗਠਨ ਹੈ 2014 ਦੇ ਵਿੱਚ ਜਦੋਂ ਮੋਦੀ ਸਰਕਾਰ ਗਵਰਨਮੈਂਟ 'ਚ ਆਈ ਤਾਂ ਉਹਨਾਂ ਨੇ ਪਲੈਨਿੰਗ ਕਮਿਸ਼ਨ ਨੂੰ ਡਿਸੋਲਵ ਕਰਤਾ। ਇਸ ਤੋਂ ਪਹਿਲਾਂ ਪਲੈਨਿੰਗ ਕਮਿਸ਼ਨ ਹੁੰਦਾ ਸੀ ਜਿਹੜਾ ਕਿ ਭਾਰਤ ਵਾਸਤੇ ਜਿਹੜਾ ਸੀ 5 ਵਰਸ਼ੀ ਯੋਜਨਾਵਾਂ ਬਣਦੀਆਂ ਸੀ, ਜਿਹਦੇ ਵਿੱਚ ਜਿਹੜਾ ਹੈ ਡਿਵੈਲਪਮੈਂਟ ਦੇ ਵਿਕਾਸ ਦੇ ਜਿਹੜੇ ਆ ਵੱਖ-ਵੱਖ ਖੇਤਰਾਂ ਦੇ ਵਿੱਚ ਜਿਹੜੇ ਆ ਟਾਰਗੇਟ ਰੱਖੇ ਜਾਂਦੇ ਸੀ ਕਿ ਇੰਡੀਆ ਨੇ ਕਿੰਨੀ ਜਿਹੜੀ ਗਰੋਥ ਹੈਗੀ ਹੈ ਉਹ ਜਿਹੜੀ ਹੈ ਅਚੀਵ ਕਰਨੀ। ਸੋ ਵਟ ਡਿਜ਼ਾਇਰਡ ਦੀ ਪ੍ਰਾਈਮ ਮਿਨਿਸਟਰ ਨੂੰ ਲੱਗਿਆ ਕਿ ਜਿਹੜਾ ਪਲੈਨਿੰਗ ਕਮਿਸ਼ਨ ਹੈ ਉਹ ਆਪਣੇ ਟੀਚਿਆਂ ਦੇ ਵਿੱਚ ਆਪਣੇ ਟੀਚਿਆਂ ਨੂੰ ਪੂਰਾ ਕਰਨ ਦੇ ਵਿੱਚ ਜਿਹੜਾ ਹੈਗਾ ਫੇਲ ਹੋ ਰਿਹਾ। ਇਸ ਕਰਕੇ ਉਹਨਾਂ ਨੇ ਜਿਹੜਾ ਸੀਗਾ ਇਹ ਨੀਤੀ ਆਯੋਗ ਦਾ ਗਠਨ ਕੀਤਾ। ਹੁਣ ਨੀਤੀ ਆਯੋਗ ਕਦੋਂ ਆਇਆ, ਫਾਰਮੇਸ਼ਨ ਕਦੋਂ ਹੋਈ ਨੀਤੀ ਆਯੋਗ ਦੀ? 1 ਜਨਵਰੀ 2015 ਨੂੰ ਜਿਹੜਾ ਸੀ ਨੀਤੀ ਆਯੋਗ ਜਿਹੜਾ ਸੀਗਾ ਬਣਾਇਆ ਗਿਆ। ਠੀਕ ਹੈ, ਇਹਨੂੰ ਜਿਹੜਾ ਹੈ ਇੱਕ ਤਰ੍ਹਾਂ ਦਾ ਡਿਵੈਲਪਮੈਂਟ ਵਾਸਤੇ ਜਾਂ ਇਨਫਰਾਸਟਰਕਚਰ ਡਿਵੈਲਪਮੈਂਟ ਵਾਸਤੇ ਇੱਕ ਥਿੰਕ ਟੈਂਕ ਦੇ ਰੂਪ ਦੇ ਵਿੱਚ ਜਿਹੜਾ ਹੈਗਾ ਉਹ ਦੇਖਿਆ ਜਾਂਦਾ। ਸੋ ਮੈਂ ਤੁਹਾਡੇ ਨਾਲ ਇੱਕ ਜਿਹੜਾ ਡਾਕੂਮੈਂਟ ਜਿਹੜਾ ਹੈ ਸ਼ੇਅਰ ਕਰਨ ਲੱਗਾ। ਠੀਕ ਹੈ ਜੀ। ਹੁਣ ਨੀਤੀ ਆਯੋਗ ਦਾ ਫੁੱਲ ਫਾਰਮ ਕੀ ਹੈ? ਨੈਸ਼ਨਲ ਇੰਸਟੀਟਿਊਸ਼ਨ ਫਾਰ ਟਰਾਂਸਫਾਰਮਿੰਗ ਇੰਡੀਆ ਆਯੋਗ, ਫਾਰਮਡ on 1st January 2015 ਬਾय ਗਵਰਨਮੈਂਟ ਇੰਡੀਆ ਪॉलिसी। ठीक है, हेडक्वार्टर न्यू दिल्ली है ਇਹਦਾ ਜੀ। established by ਨਰਿੰਦਰ ਮੋਦੀ आफ्टर डिसॉल्विंग प्लानिंग कमीशन। मैं ਤੁਹਾਨੂੰ ਦੱਸ ਚੁੱਕਾ। एम की है, ਇਹਦਾ ਉਦੇਸ਼ ਕੀ ਹੈ? टू foster involvement and participation in economic policy making of by the state governments। ਜਿਹੜਾ ਇਕਨੋਮਿਕ ਡਿਵੈਲਪਮੈਂਟ ਕਰਨੀ ਹੈ ਜਾਂ ਜਿਹੜਾ ਅਸੀਂ ਆਰਥਿਕ ਵਿਕਾਸ ਕਰਨਾ ਹੈ ਉਹਦੇ ਸੰਦਰਭ ਦੇ ਵਿੱਚ ਜਿਹੜਾ ਨੀਤੀ ਨਿਰਮਾਣ ਹੋਣਾ ਹੈ ਉਹਦੇ ਵਿੱਚ ਜਿਹੜੀ ਸਟੇਟ ਦੀ ਭਾਗੀਦਾਰੀ ਹੈ ਜਾਂ ਜਿਹੜੀ ਰਾਜਾਂ ਦੀ ਭਾਗੀਦਾਰੀ ਹੈ ਉਹਨੂੰ ਵਧਾਉਣਾ ਜਿਹੜਾ ਹੈ ਨੀਤੀ ਆਯੋਗ ਦਾ ਜਿਹੜਾ ਪ੍ਰਮੁੱਖ ਕੰਮ ਹੈ। ਇਹਦੇ ਚੇਅਰਪਰਸਨ ਕੌਣ ਹੈ? ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜਿਹੜੇ ਹੈ ਇਹਦੇ ਚੇਅਰਮੈਨ ਹੈਗੇ। ਪਲੈਨਿੰਗ ਕਮਿਸ਼ਨ ਜਿਹੜਾ ਇਸ ਤੋਂ ਪਹਿਲਾਂ ਜਿਹੜੀ ਇੰਸਟੀਟਿਊਸ਼ਨ ਸੀ ਉਹਦੇ ਚੇਅਰਮੈਨ ਵੀ ਜਿਹੜਾ ਹੈ ਉਹ ਪ੍ਰਾਈਮ ਮਿਨਿਸਟਰ ਹੁੰਦਾ ਸੀ, ਉਹਦਾ ਇੱਕ ਡਿਪਟੀ ਚੇਅਰਮੈਨ ਵੀ ਜਿਹੜਾ ਹੈ ਉਹ ਹੁੰਦਾ ਸੀ। ਹੁਣ ਨੀਤੀ ਆਯੋਗ ਦਾ ਮਤਲਬ ਕੀ ਹੈ ਜਾਂ ਅਰਥ ਕੀ ਹੈ? ਅ ਗਰੁੱਪ ਆਫ ਪੀਪਲ ਵਿਦ ਅਥਾਰਟੀ ਇੰਟਰਸਟਿਡ ਬਾਈ ਦ ਗਵਰਨਮੈਂਟ ਟੂ ਫਾਰਮੂਲੇਟ ਰੈਗੂਲੇਟ ਪੋਲਿਸੀਜ਼ ਕੰਸਰਨਿੰਗ ਟਰਾਂਸਫਾਰਮਿੰਗ ਇੰਡੀਆ। ਮਤਲਬ ਇਹਦੇ ਵਿੱਚ ਕੌਣ ਹੈ? ਇਹਦੇ ਵਿੱਚ ਉਹ ਲੋਕ ਸ਼ਾਮਿਲ ਨੇ ਜਿਨ੍ਹਾਂ ਨੇ ਭਾਰਤ ਵਾਸਤੇ ਜਿਹੜੀ ਹੈ ਅਰਥ ਨੀਤੀ ਬਣਾਉਣੀ ਹੈ ਜਾਂ ਆਰਥਿਕ ਪੋਲਿਸੀਜ਼ ਬਣਾਉਣੀ ਹੈ, ਜਿਹਨੇ ਬਾਅਦ ਵਿੱਚ ਚੱਲ ਕੇ ਜਿਹੜਾ ਭਾਰਤ ਹੈ ਉਹਨੂੰ ਆਰਥਿਕ ਰੂਪ ਦੇ ਵਿੱਚ ਉਹਦਾ ਵਿਕਾਸ ਹੋਏ ਔਰ ਭਾਰਤ ਦੀ ਜਿਹੜੀ ਦਿਸ਼ਾ ਅਤੇ ਦਸ਼ਾ ਹੈ ਉਹਨੂੰ ਜਿਹੜਾ ਬਦਲਿਆ ਜਾਵੇ। ਇਟ ਇਜ਼ ਅ ਕਮਿਸ਼ਨ ਟੂ ਹੈਲਪ ਗਵਰਨਮੈਂਟ ਇਨ ਸੋਸ਼ਲ ਐਂਡ ਇਕਨੋਮਿਕ ਇਸ਼ੂਜ਼। ਇਹ ਇਹੋ ਜਿਹੀ ਸੰਸਥਾ ਹੈ ਜਿਹੜੀ ਕਿ ਸਰਕਾਰ ਨੂੰ ਸਮਾਜਿਕ ਅਤੇ ਆਰਥਿਕ ਇਸ਼ੂਜ਼ ਉੱਤੇ ਜਿਹੜੀ ਹੈ ਸਲਾਹ ਦੇਊਗੀ ਔਰ ਉਹਦੇ ਨਾਲ ਸੰਬੰਧਿਤ ਜਿਹੜੀਆਂ ਸਮੱਸਿਆਵਾਂ ਹੈ ਉਹਨੂੰ ਸੋਲਵ ਕਰਨ ਦੇ ਵਿੱਚ ਜਿਹੜੀ ਹੈ ਮਦਦ ਕਰੂਗੀ। ਇਟ ਇਜ਼ ਅ ਇੰਸਟੀਟਿਊਟ ਆਫ ਥਿੰਕ ਟੈਂਕ ਵਿਦ ਐਕਸਪਰਟਸ। ਇਹਦੇ ਵਿੱਚ ਐਕਸਪਰਟਸ ਵੀ ਰੱਖੇ ਗਏ ਆ ਜਿਹੜੇ ਇਕਨੋਮਿਕ ਮਾਹਿਰ ਹੈਗੇ ਆ, ਉਹਨਾਂ ਨੂੰ ਵੀ ਇਹਦੇ ਵਿੱਚ ਰੱਖਿਆ ਗਿਆ। ਇਹਨੂੰ ਇੱਕ ਥਿੰਕ ਟੈਂਕ ਦੇ ਰੂਪ ਦੇ ਵਿੱਚ ਵੀ ਦੇਖਿਆ ਜਾਂਦਾ ਕਿ ਜਿਹਨੇ ਕਿ ਭਾਰਤ ਵਾਸਤੇ ਜਿਹੜੀ ਹੈ ਬੈਟਰ ਅਰਥ ਨੀਤੀ ਦੁਆਰਾ ਉਹਨੂੰ ਟਰਾਂਸਫਾਰਮ ਕਰਨਾ। ਹੁਣ ਇਹਦੇ ਵਿੱਚ ਆਉਂਦਾ ਕੌਣ ਕੌਣ ਹੈ? ਇਹਦੇ ਵਿੱਚ ਹੈ ਜੀ ਚੀਫ ਮਿਨਿਸਟਰ ਆ ਜਾਂਦੇ ਸਟੇਟਾਂ ਦੇ, ਸਾਰੀਆਂ ਸਟੇਟਾਂ ਦੇ ਚੀਫ ਮਿਨਿਸਟਰ। ਫਿਰ ਜਿਹੜੇ ਕੇਂਦਰੀ ਸ਼ਾਸਿਤ ਪ੍ਰਦੇਸ਼ ਹੈਗੇ ਆ ਉਹਨਾਂ ਦੇ ਗਵਰਨਰਸ ਆ ਜਾਂਦੇ, ਲੈਫਟੀਨੈਂਟ ਗਵਰਨਰ। ਜਿਹੜੇ ਕੇਂਦਰੀ ਸ਼ਾਸਿਤ ਪ੍ਰਦੇਸ਼ ਹੁੰਦੇ ਉੱਥੇ ਗਵਰਨਰ ਨਹੀਂ ਲਗਾਇਆ ਜਾਂਦਾ, ਉੱਥੇ ਜਿਹੜੇ ਲੈਫਟੀਨੈਂਟ ਗਵਰਨਰ ਜਿਹੜੇ ਲਾਏ ਜਾਂਦੇ।
ਫਿਰ ਇਹਦੇ ਵਿੱਚ ਪ੍ਰਾਈਮ ਮਿਨਿਸਟਰ ਆ ਜਾਂਦੇ ਆ ਜਿਹੜੇ ਕਿ ਇਹਦੇ ਚੇਅਰਮੈਨ ਹੁੰਦੇ। ਫਿਰ ਇਹਦੇ ਵਿੱਚ ਐਕਸਪਰਟਸ, ਸਪੈਸ਼ਲਿਸਟ ਐਂਡ ਪ੍ਰੈਕਟੀਸ਼ਨਰਸ ਆ ਜਾਂਦੇ ਠੀਕ ਹੈ। ਫਿਰ ਇਹਦੇ ਵਿੱਚ ਵਾਈਸ ਚੇਅਰਮੈਨ ਆ ਜਾਂਦੇ ਇਹਦੇ ਵਿੱਚ। ਫਿਰ ਇਹਦੇ ਵਿੱਚ ਐਕਸ ਆਫੀਸ਼ੀਓ ਮੈਂਬਰਸ ਆ ਜਾਂਦੇ ਜਿਹੜੇ ਪੁਰਾਣੇ ਸਦੱਸਿਆ ਜਿਨ੍ਹਾਂ ਨੂੰ ਆਰਥਿਕ ਨੀਤੀ ਬਾਰੇ ਜਿਹੜੀ ਨੌਲੇਜ ਹੈ ਉਹ ਆ ਜਾਂਦੀ। ਫਿਰ ਇਹਦੇ ਵਿੱਚ ਜਿਹੜੇ ਹੈ ਚੀਫ ਐਗਜ਼ੈਕਟਿਵ ਆਫਿਸਰ ਜਿਹੜੇ ਆ ਉਹ ਆ ਜਾਂਦੇ। ਸੋ ਇਹ ਸਾਰੇ ਲੋਕ ਜਿਹੜੇ ਹੈ ਨੀਤੀ ਆਯੋਗ ਦਾ ਹਿੱਸਾ। ਸੋ ਇਹਨੂੰ ਜਿਹੜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੈ ਟੀਮ ਇੰਡੀਆ ਦਾ ਨਾਮ ਵੀ ਦਿੰਦੇ। ਨਰਿੰਦਰ ਮੋਦੀ ਦਾ ਮੰਨਣਾ ਹੈ ਕਿ ਟੀਮ ਇੰਡੀਆ ਬਣ ਕੇ ਅਗਰ ਅਸੀਂ ਕੰਮ ਕਰਾਂਗੇ ਤਾਂ ਹੀ ਸਾਡੇ ਦੇਸ਼ ਦਾ ਜਿਹੜਾ ਆਰਥਿਕ ਵਿਕਾਸ ਜਿਹੜਾ ਹੈ ਉਹ ਹੋ ਸਕਦਾ। ਉਸ ਤੋਂ ਬਾਅਦ ਹੁਣ ਇਹਦੇ ਚੇਅਰਮੈਨ ਅਰਵਿੰਦ ਪਨੀਗਰਿਆ ਹੁੰਦੇ ਸੀ ਪਹਿਲੇ, ਉਹ ਮੈਂ ਤੁਹਾਨੂੰ ਬਾਅਦ 'ਚ ਦੱਸਾਂਗਾ। ਹੁਣ ਇਹਦੇ ਚੇਅਰਮੈਨ ਜਿਹੜੇ ਆ ਬਦਲ ਗਏ। ਫੁੱਲ ਟਾਈਮ ਮੈਂਬਰ ਕਿਹੜੇ ਹੈ? ਸ਼੍ਰੀ ਬੈਬਕ ਦੇਬਾਰੋਏ, ਸ਼੍ਰੀ VK ਸਾਰਸਵਤ ਔਰ ਪ੍ਰੋਫੈਸਰ ਰਮੇਸ਼ ਚੰਦ। ਐਕਸ ਆਫੀਸ਼ੀਓ ਚੇਅਰਮੈਨ ਇਹਨਾਂ ਨੂੰ ਕਿਹਾ ਗਿਆ ਜਿਹੜੇ ਮਿਨਿਸਟਰਸ ਹੈਗੇ ਆ, ਜਿਹੜੇ ਸੀਨੀਅਰ ਮਿਨਿਸਟਰਸ ਹੈਗੇ ਆ ਮੋਦੀ ਕੈਬਨਿਟ 'ਚ ਜਾਂ ਕਿਸੇ ਵੀ ਕੈਬਨਿਟ ਦੇ ਵਿੱਚ ਆਉਣ ਵਾਲੀਆਂ ਸਰਕਾਰਾਂ ਵੀ ਜਿਹੜੀਆਂ ਹੋਣਗੀਆਂ ਉਹਨਾਂ ਵਿੱਚ ਜਿਹੜੇ ਐਕਸ ਆਫੀਸ਼ੀਓ ਮੈਂਬਰਸ ਹੈ ਉਹਨਾਂ ਨੂੰ ਕੈਬਨਿਟ ਮਿਨਿਸਟਰ ਨੂੰ। ਰਾਜਨਾਥ ਸਿੰਘ ਇਸ ਵੇਲੇ ਡਿਫੈਂਸ ਮਿਨਿਸਟਰ ਹੈਗੇ ਆ। ਉਸ ਟਾਈਮ 'ਤੇ ਅਰੁਣ ਜੇਟਲੀ ਹੁੰਦੇ ਸੀ। ਇਹ ਜਿਹੜੀ ਹੈਗੀ ਆ ਆਪਣੇ PPT ਪੁਰਾਣੀ ਹੈ। ਸੋ ਇਹ ਜਿਹੜੀ ਪਹਿਲੀ ਮੋਦੀ ਸਰਕਾਰ ਬਣੀ ਸੀ ਉਹਦੇ ਵਿੱਚ ਜਿਹੜੇ ਮਿਨਿਸਟਰ ਹੁੰਦੇ ਸੀ ਉਹਨਾਂ ਦੇ ਨਾਮ ਜਿਹੜੇ ਲਿਖੇ ਹੋਏ। ਹੁਣ ਅੱਜ ਕੱਲ੍ਹ ਜਿਹੜੇ ਮਿਨਿਸਟਰਸ ਹੋਣੇ ਉਹ ਇਹਨਾਂ ਦੇ ਮੈਂਬਰ ਹੈ। ਜਿੱਦਾਂ ਅੱਜ ਕੱਲ੍ਹ ਹੋਮ ਮਿਨਿਸਟਰ ਜਿਹੜੇ ਹੈਗੇ ਆ ਉਹ ਅਮਿਤ ਸ਼ਾਹ ਜੀ ਹੈ। ਸੋ ਅਮਿਤ ਸ਼ਾਹ ਜੀ ਜਿਹੜੇ ਆ ਉਹ ਨੀਤੀ ਆਯੋਗ ਦੇ ਮੈਂਬਰ ਹੈਗੇ। ਫਿਰ ਮਿਨਿਸਟਰ ਆਫ ਰੇਲਵੇਜ਼ ਪਿਊਸ਼ ਗੋਇਲ ਨੇ, ਉਹ ਵੀ ਇਹਦੇ ਮੈਂਬਰ ਹੈਗੇ ਆ। ਫਿਰ ਮਿਨਿਸਟਰ ਆਫ ਐਗਰੀਕਲਚਰ ਜਿਹੜੇ ਆ ਐਗਰੀਕਲਚਰ ਮਿਨਿਸਟਰ ਜਿਹੜੇ ਵੀ ਹੈ ਇਸ ਵੇਲੇ ਵੀ ਕੇਂਦਰ ਸਰਕਾਰ 'ਚ ਉਹ ਇਹਦੇ ਮੈਂਬਰ ਹੈਗੇ ਆ। ਫਿਰ ਮਿਨਿਸਟਰ ਆਫ ਬ੍ਰੌਡਕਾਸਟਿੰਗ, ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ, ਠੀਕ ਹੈ, ਉਹ ਵੀ ਇਹਦੇ ਜਿਹੜੇ ਆ ਸਦੱਸਿਆ ਹੈਗੇ। ਸਪੈਸ਼ਲ ਇਨਵਾਈਟੀਜ਼ ਕਿਹੜੇ ਆ ਇਹਦੇ ਵਿੱਚ? ਹਾਂ, ਨਿਤਿਨ ਗਡਕਰੀ ਹੱਲੇ ਵੀ ਜਿਹੜੇ ਹੈ ਮਿਨਿਸਟਰ ਆਫ ਰੋਡ ਐਂਡ ਟਰਾਂਸਪੋਰਟ ਐਂਡ ਹਾਈਵੇਜ਼ ਹੈਗੇ ਸ਼ਿਪਿੰਗ। ਥਾਵਰ ਚੰਦ ਗਹਿਲੋਟ ਮਿਨਿਸਟਰ ਆਫ ਸੋਸ਼ਲ ਜਸਟਿਸ ਐਂਡ ਇੰਪਾਵਰਮੈਂਟ। ਸੋ ਅੱਜ ਕੱਲ੍ਹ ਧਰਮਿੰਦਰ ਪ੍ਰਧਾਨ ਨੇ ਹਿਊਮਨ ਰਿਸੋਰਸ ਮਿਨਿਸਟਰ, ਉਹ ਜਿਹੜੇ ਇਹਦੇ ਵਿੱਚ ਸਪੈਸ਼ਲ ਇਨਵਾਈਟੀ ਦੇ ਰੂਪ ਦੇ ਵਿੱਚ। ਚੀਫ ਐਗਜ਼ੈਕਟਿਵ ਆਫਿਸਰ ਸ਼੍ਰੀਮਤੀ ਸਿੰਧੂ ਸ਼੍ਰੀ ਖੁੱਲਰ, ਠੀਕ ਹੈ। ਇਹ ਉਸ ਟਾਈਮ 'ਤੇ ਅਸੀਂ ਇਸ ਵੇਲੇ ਕੌਣ ਹੈ ਮੈਂ ਤੁਹਾਨੂੰ ਸਾਰਾ ਜਿਹੜਾ ਹੈ ਅਗਲੇ ਲੈਕਚਰ ਦੇ ਵਿੱਚ ਜਿਹੜਾ ਤੁਹਾਨੂੰ ਦੱਸੋ। ਅਗਲੀ ਸਲਾਈਡ 'ਤੇ ਆਈਏ ਆਪਾਂ। ਫੰਕਸ਼ਨਸ ਕੀ ਕਰਦੇ, ਕੰਮ ਕੀ ਕਰਦਾ ਨੀਤੀ ਆਯੋਗ? ਟੂ ਪ੍ਰੋਵਾਈਡ ਕ੍ਰਿਟੀਕਲ ਡਾਇਰੈਕਸ਼ਨਲ ਸਟ੍ਰੈਟੇਜੀਕਲ ਇਨਪੁਟ ਇਨਟੂ ਡਿਵੈਲਪਮੈਂਟ ਪ੍ਰੋਸੈਸ। ਤਿੰਨ ਚੀਜ਼ਾਂ ਕਰਦਾ। ਕੀ ਪ੍ਰੋਵਾਈਡ ਕਰਦਾ? ਕ੍ਰਿਟੀਕਲ ਡਾਇਰੈਕਸ਼ਨਲ ਐਂਡ ਸਟ੍ਰੈਟੇਜੀਕਲ ਇਨਪੁਟ, ਮਤਲਬ ਜਿਹੜੇ ਸਾਮਰਿਕ ਇਨਪੁਟ ਹੈ, ਜਿਹੜੀ ਡਾਇਰੈਕਸ਼ਨ ਚਾਹੀਦੀ ਹੈ ਅਰਥਨੀਤੀ ਨੂੰ, ਔਰ ਜਿਹੜੇ ਏਰੀਆਜ਼ ਦੇ ਵਿੱਚ ਕੰਮ ਹੋਣਾ ਹੈ ਔਰ ਉਹਦੇ ਆਧਾਰ 'ਤੇ ਜਿਹੜਾ ਵਿਕਾਸ ਹੋਣਾ ਉਹਦੀ ਗੱਲ ਉਹਦੇ ਕੌਣ ਕੰਮ ਕਰਦਾ? ਉਹ ਨੀਤੀ ਆਯੋਗ ਕੰਮ ਕਰਦਾ। ਸੈਂਟਰ ਟੂ ਸਟੇਟ ਵਨ ਵੇ ਫਲੋ ਆਫ ਪਾਲਿਸੀ, ਜਿਹੜੀ ਵੀ ਅਰਥਨੀਤੀ ਬਣੇਗੀ, ਜਿਹੜੀਆਂ ਵੀ ਚੀਜ਼ਾਂ ਨੀਤੀ ਆਯੋਗ 'ਚ ਡਿਸਕਸ ਹੋਣਗੀ ਉਹ ਇੱਕੋ ਹੀ ਤਰ੍ਹਾਂ ਦੀ ਪਾਲਿਸੀ ਹੋਊਗੀ ਸਾਰੀਆਂ ਸਟੇਟਸ ਦੇ ਵਿੱਚ, ਕੇਂਦਰ ਤੋਂ ਲੈ ਕੇ ਰਾਜਾਂ ਤੱਕ। ਇਮਰਜ ਐਜ਼ ਥਿੰਕ ਟੈਂਕ, provide government at central and state levels with relevant strategical and technical advice across the spectrum of key elements of policy। ਜਿਹੜੀ ਪਾਲਿਸੀ ਦੇ ਵਿੱਚ, ਪਾਲਿਸੀ ਬਣਾਉਣ ਦੇ ਵਿੱਚ ਜਾਂ ਅਰਥਨੀਤੀ ਬਣਾਉਣ ਦੇ ਵਿੱਚ ਜਿਹੜੀ ਟੈਕਨੀਕਲ ਐਡਵਾਈਸ ਚਾਹੀਦੀ ਹੈ, ਜਿਹੜੀ ਤਕਨੀਕੀ ਸਹਾਇਤਾ ਚਾਹੀਦੀ ਹੈ, ਠੀਕ ਹੈ ਜੀ, ਉਹ ਔਰ ਜਿਹੜੇ ਵੱਖ-ਵੱਖ ਕੇਂਦਰ ਬਿੰਦੂ ਹੈ ਜਿਹਦੇ ਆਧਾਰ 'ਤੇ ਜਿਹੜੀ ਪਾਲਿਸੀ ਹੈ ਉਹ ਬਣਨੀ ਹੈ, ਉਹਦੇ ਬਾਰੇ ਇਹ ਸਾਰੇ ਲੋਕ ਜਿਹੜੇ ਇਹਦੇ ਵਿੱਚ ਸ਼ਾਮਿਲ ਹੈ ਉਹ ਚਰਚਾ ਕਰਦੇ ਹੈ
और उस तो बाद ਜਿਹੜੀ ਹੈ ਪੋਲਿਸੀ ਬਣਦੀ ਹੈ ਔਰ ਇੱਕੋ ਜਿਹੀ ਪੋਲਿਸੀ ਜਿਹੜੀ ਹੈ ਬਣਾਈ ਜਾਂਦੀ ਹੈ। ਇਹ ਇਹਦਾ ਇੱਕ ਪ੍ਰਮੁੱਖ ਕੰਮ ਹੈ। ਸੀਕ ਟੂ ਪੁੱਟ ਐਨ ਐਂਡ ਟੂ ਸਲੋ ਐਂਡ ਟਾਰਡੀ ਇੰਪਲੀਮੈਂਟੇਸ਼ਨ ਆਫ ਪੋਲਿਸੀ। ਸਲੋ ਐਂਡ ਟਾਰਡੀ ਇੰਪਲੀਮੈਂਟੇਸ਼ਨ ਆਫ ਪੋਲਿਸੀ। ਠੀਕ ਹੈ ਜੀ। ਮਤਲਬ ਕਿ ਜਿਹੜੀ ਵੀ ਪੋਲਿਸੀ ਬਣੇਗੀ ਉਹਨੂੰ ਠੀਕ ਤਰ੍ਹਾਂ ਦੇ ਨਾਲ ਔਰ ਉਹਦੀ ਜਿਹੜੀ ਉਹਨੂੰ ਲਾਗੂ ਕਰਨਾ ਹੈ, ਲਾਗੂ ਕਰਨ ਉਹਨੂੰ ਬਣਾਉਣਾ, ਪਹਿਲੇ ਤਾਂ ਬਣਾਉਣਾ ਉਹ ਪੋਲਿਸੀ ਜਿਹੜੀ ਹੈ ਸਹੀ ਤਰੀਕੇ ਨਾਲ ਬਣਨੀ ਚਾਹੀਦੀ ਹੈ। ਕਿਸੇ ਵੀ ਲੈਵਲ 'ਤੇ ਉਹਦੇ ਵਿੱਚ ਮਤਭੇਦ ਨਹੀਂ ਹੋਣਾ ਚਾਹੀਦਾ। ਮਤਭੇਦ ਹੋ ਸਕਦੇ ਹੈ ਲੇਕਿਨ ਪੂਰੀ ਇਹ ਕੋਸ਼ਿਸ਼ ਕਰਨੀ ਹੈ ਕਿ ਕਿਸੇ ਵੀ ਤਰ੍ਹਾਂ ਦਾ ਮਤਭੇਦ ਨਾ ਹੋਵੇ। ਪੋਲਿਸੀ ਇੱਕੋ ਜਿਹੀ ਪੋਲਿਸੀ ਜਿਹੜੀ ਹੈ ਸਾਰੇ ਦੇਸ਼ ਵਾਸਤੇ ਬਣੇ ਔਰ ਜਿਹੜਾ ਉਹਨੂੰ ਲਾਗੂ ਕਰਨਾ ਹੈ ਉਹ ਵੀ ਸਮੂਥਲੀ ਹੋਵੇ। मतलब वो पॉलिसी जी है बहुत स्मूथली जी है लागू होनी चाहिए। डेवलप मैकेनिज़म्स टू फॉर्मुलेट क्रेडिबल प्लान्स टू द विलेज लेवल एंड एग्रीगेट दीज प्रोग्रेसिवली एट हायर लैवल्स ऑफ गवर्नमेंट। वो कहते कि ਇਹੋ ਜਿਹੀਆਂ ਵਿਵਸਥਾਵਾਂ ਜਾਂ ਇਹੋ ਜਿਹੇ ਜਿਹੜੇ ਪਲਾਨ ਹੈ ਉਹਨਾਂ ਨੂੰ ਲਾਗੂ ਕਰਨਾ ਤਾਂ ਕਿ ਜਿਹੜਾ ਵਿਕਾਸ ਹੋਏ, ਜਿਹੜਾ ਆਰਥਿਕ ਵਿਕਾਸ ਹੋਏ ਉਹਦਾ ਫਾਇਦਾ ਜਿਹੜਾ ਹੈ ਪੇਂਡੂ ਲੈਵਲ ਤੱਕ ਪਹੁੰਚੇ ਔਰ ਸਰਕਾਰੀ ਤੰਤਰ ਦੇ ਜਿੰਨੇ ਵੀ ਪੱਧਰ ਹੈ ਉਹਨਾਂ ਵਿੱਚ ਜਿਹੜਾ ਇਕੁਅਲ ਜਿਹੜੀ ਡਿਸਟ੍ਰੀਬਿਊਸ਼ਨ ਹੋਣੀ ਚਾਹੀਦੀ ਪੋਲਿਸੀ ਦੀ। ਔਰ ਦੂਸਰੀ ਗੱਲ ਮਤਲਬ ਵਿਕਾਸ ਜਿਹੜਾ ਹੈ ਉਹਦਾ ਫਾਇਦਾ ਸਾਰਿਆਂ ਨੂੰ ਮਿਲਣਾ ਚਾਹੀਦਾ। ਠੀਕ ਹੈ ਜੀ। ਇਹ ਇੱਕ ਕੰਮ ਜਿਹੜਾ ਹੈ ਨੀਤੀ ਆਯੋਗ ਕਰਦਾ। फिर स्पेशल अटेंशन टू द सेक्शंस ऑफ सोसाइटी दैट मे बी एट रिस्क ऑफ नॉट बेनिफिटिंग एंड एडिक्वेटली फ्रॉम इकोनॉमिक प्रोग्रेस। उन्हां केंद्र बिंदुआं उत्ते जोर देना समाज के और एक कोशिश करनी कि जिहड़ा विकास हैगा है वो ਉਹਦੇ ਵਿੱਚ एकरूपता होए और उस विकास का फायदा जिहड़ा है समाज के हर एक वर्ग में मिले। ये भी एक प्रमुख काम है जिहड़ा नीति आयोग जिहड़ा करता है। विल क्रिएट नॉलेज इनोवेशन एंड एंटरप्रेन्योरल सपोर्ट सिस्टम थ्रू collaborative community national and international experts and practitioners and partners। जो भी सानू सहायता चाहिए है चाहे वो तकनीकी सहायता है, चाहे वो साइंटिफिक या वैज्ञानिक सहायता है या कोई बिजनेस लैवल ते सहायता है, वो सारियां नूं इकट्ठे रूप दे विच समग्र रूप च जिहनूं कहने आपां और ਜਿਹੜੇ ਐਕਸਪਰਟਸ ਹੈਗੇ ਹੈ ਹਰ ਫੀਲਡ ਦੇ ਉਹਨਾਂ ਦੀ ਸਹਾਇਤਾ ਦੇ ਨਾਲ ਜਿਹੜਾ ਨੀਤੀ ਆਯੋਗ ਹੈ ਉਹ ਕੰਮ ਕਰੂਗਾ ਔਰ ਜਾਂ ਨੀਤੀ ਨਿਰਮਾਣ ਕਰੂਗਾ ਜਾਂ ਨੀਤੀਆਂ ਬਣਾਊਗਾ। ਠੀਕ ਹੈ ਜੀ। ਹੁਣ ਅਗਲਾ ਜਿਹੜਾ ਇੰਪੋਰਟੈਂਟ ਇਹਦੇ ਵਿੱਚ ਪੁਆਇੰਟ ਹੈਗਾ ਵਿਲ ਆਫਰ ਪਲੇਟਫਾਰਮ ਫॉर रेजोल्यूशन ऑफ इंटर-सेक्टरल and inter-departmental issues in order to accelerate the implementation of development agenda। ठीक है। ये एक ਇਹੋ ਜਿਹਾ प्लेटफॉर्म है, एक ਇਹੋ ਜਿਹਾ मंच है ਜਿਹਦੇ ਰਾਹੀਂ इंटर सैक्टरल मतलब अंतर सैक्टर ਜਿਹੜਾ है और अंतर डिपार्टमेंट ਜਿਹੜਾ है और ਜਿਹੜਾ विकास का एजेंडा है उन्होंने लागू करने का काम भी जोड़ा है नीति आयोग जो है वो करता है। द नीति आयोग विल मॉनिटर एंड एवेल्यूएट द इम्प्लीमेंटेशन प्रोग्राम्स एंड फोकस ऑन टेक्नोलॉजी अपग्रेडेशन एंड कैपेसिटी बिल्डिंग। ਇਹਦਾ ਮੁੱਖ ਕੰਮ ਜਿਹੜਾ ਨੀਤੀ ਨਿਰਮਾਣ ਹੁੰਦਾ ਉਹਨੂੰ ਸਹੀ ਤਰ੍ਹਾਂ ਨਾਲ ਲਾਗੂ ਕਰਨਾ, ਇੰਪਲੀਮੈਂਟ ਕਰਨਾ और मॉनिटर करना मतलब देखना कि इन्हां प्रोग्राम्स उत्ते जिहड़े सरकार दा हर लैवल है
ਭਾਵੇਂ ਉਹ ਰਾਜ ਸਰਕਾਰਾਂ ਹੈ, ਭਾਵੇਂ ਉਹ ਡਿਸਟ੍ਰਿਕਟ ਲੈਵਲ ਹੈ, ਭਾਵੇਂ ਉਹ ਵਿਲੇਜ ਲੈਵਲ ਹੈ, ਉਹਦੇ 'ਤੇ ਇਸ ਦਾ ਇਸ ਸਹੀ ਤਰ੍ਹਾਂ ਨਾਲ ਪਹੁੰਚ ਰਿਹਾ ਹੈ ਜਾਂ ਨਹੀਂ ਪਹੁੰਚ ਰਿਹਾ। ਸੋ ਇਹਦੇ ਬਾਰੇ ਵੀ ਜਿਹੜਾ ਨੀਤੀ ਆਯੋਗ ਹੈ ਉਹ ਗੱਲ ਕਰਦਾ। ਠੀਕ ਹੈ ਜੀ, ਠੀਕ ਹੈ। ਇਹਦੇ ਵਿੱਚ ਹੁਣ ਫਾਈਨੈਂਸ਼ੀਅਲ ਕਲਾਊਡ, ਫਾਈਨੈਂਸ਼ਲੀ ਕਿਹੜੇ ਕਿਹੜੇ ਕੰਮ ਕਰਦਾ ਹੈ, ਵਿੱਤੀ ਰੂਪ ਦੇ ਵਿੱਚ ਕਿਹੜੇ ਕਿਹੜੇ ਕੰਮ ਕਰਦਾ ਹੈ ਨੀਤੀ ਆਯੋਗ। ਹੁਣ ਇਹਦੇ ਵਿੱਚ ਜਿਹੜੀ ਪਹਿਲੀ ਗੱਲ ਹੈ ਫਾਈਨੈਂਸ਼ੀਅਲ ਨੀਤੀ ਆਯੋਗ ਟੂ ਬੀ ਐਡਵਾਈਜ਼ਰੀ ਬੋਡੀ ਔਰ ਥਿੰਕ ਟੈਂਕ ਟੂ ਦ ਪਾਵਰਸ ਐਲੋਕੇਟਡ ਫੰਡ ਵੈਸਟਡ ਟੂ ਫਾਈਨੈਂਸ ਮਿਨਿਸਟਰੀ। ਮਤਲਬ ਫਾਈਨੈਂਸ ਮਿਨਿਸਟਰੀ ਨੂੰ ਜਿਹੜਾ ਫੰਡ ਦਿੱਤਾ ਜਾਂਦਾ ਉਹਨੂੰ ਕਿੱਦਾਂ ਖਰਚਿਆ ਜਾਏ ਜਾਂ ਉਹਨੂੰ ਕਿੱਦਾਂ ਲਗਾਇਆ ਜਾਏ ਵਿਕਾਸ ਵਾਸਤੇ, ਇਹਦੀ ਐਡਵਾਈਸ ਕੌਣ ਦੇਵੇਗਾ, ਇਹਦੀ ਸਲਾਹ ਕੌਣ ਦੇਵੇਗਾ, ਫਾਈਨੈਂਸ ਮਿਨਿਸਟਰੀ ਦੀ ਸਲਾਹ ਦੇਵੇਗਾ। ਮਤਲਬ ਉਹਨੂੰ ਫਾਈਨੈਂਸ ਮਿਨਿਸਟਰੀ ਨੂੰ ਸਲਾਹ ਕੌਣ ਦੇਊਗਾ, ਨੀਤੀ ਆਯੋਗ ਦੇਊਗਾ। ਪਲੈਨਿੰਗ ਕਮਿਸ਼ਨ enjoy the powers to allocate funds to ministries and state governments। ਸੋ ਇਹਦੇ ਵਿੱਚ ਪਲੈਨਿੰਗ ਦਾ ਕੰਮ ਵੀ ਹੁੰਦਾ। ਸੋ ਜਿਹੜੇ ਆ ਫੰਡਸ ਐਲੋਕੇਟ ਕੀਤੇ ਜਾਣੇ ਆ ਵੱਖ ਵੱਖ ਡਿਪਾਰਟਮੈਂਟਸ ਨੂੰ ਕੰਮ ਕਾਜ ਵਾਸਤੇ, ਰਾਜ ਸਰਕਾਰਾਂ ਨੂੰ ਜਾਂ ਕੇਂਦਰ ਸਰਕਾਰ ਦੇ ਜਿਹੜੇ ਵੱਖ ਵੱਖ ਵਿਭਾਗ ਹੈਗੇ ਆ, ਉਹਦੇ ਉਹ ਕੰਮ ਵੀ ਜਿਹੜਾ ਨੀਤੀ ਆਯੋਗ ਕਰੇਗਾ। ਫੁੱਲ ਟਾਈਮ ਮੈਂਬਰ ਨੀਤੀ ਆਯੋਗ ਦੇ ਵਿੱਚ 2 ਜਿਹੜੇ ਆ ਫੁੱਲ ਟਾਈਮ ਮੈਂਬਰ ਆ। ਪਲੈਨਿੰਗ ਕਮਿਸ਼ਨ ਹੈਡ 8 ਫੁੱਲ ਟਾਈਮ ਮੈਂਬਰਸ। ਠੀਕ ਹੈ, ਇਹ ਨੀਤੀ ਆਯੋਗ ਤੇ ਪਲੈਨਿੰਗ ਕਮਿਸ਼ਨ ਦਾ ਜਿਹੜਾ ਹੈਗਾ ਉਹ ਮਤਲਬ ਗੱਲ ਕੀਤੀ ਗਈ ਹੈ। ਇਹਦੇ ਵਿੱਚ ਇੱਕ ਹੋਰ ਗੱਲ ਹੈਗੀ ਜਿਹੜੀ ਕਿ ਇਸ ਦੇ ਵਿੱਚ ਨਹੀਂ ਦਿੱਤੀ ਗਈ। ਇਹਦੇ ਵਿੱਚ ਇੱਕ ਪੁਆਇੰਟ ਹੈਗਾ ਤੁਹਾਡੀ ਬੁੱਕ ਦੇ ਵਿੱਚ ਦਿੱਤਾ ਹੋਇਆ ਪੁਆਇੰਟ, ਨੀਤੀ ਆਯੋਗ officials are also available to the public on the website of Niti Aayog। On 13th May 2016, the Niti Aayog was directed by the government to work preparing development plans under 3 heads। Vision document ਜਿਹੜਾ 2016 ਦੇ ਵਿੱਚ ਜਿਹੜਾ ਨੀਤੀ ਆਯੋਗ ਸੀਗਾ 13 ਮਈ ਨੂੰ, ਉਸਨੇ ਸਰਕਾਰ ਨੂੰ ਇਹ ਡਾਇਰੈਕਟ ਕੀਤਾ ਜਾਂ ਦੱਸਿਆ ਕਿ ਡਿਵੈਲਪਮੈਂਟ ਪਲਾਨਸ ਜਿਹੜੇ ਆ ਬਣਾਏ ਜਾਣ, ਜਿੱਦਾਂ ਵਿਜ਼ਨ ਡਾਕੂਮੈਂਟ ਫॉर 15 years ਤੇ ਸਟ੍ਰੈਟਜੀ ਡਾਕੂਮੈਂਟ ਫॉर 7 years ਐਂਡ ਮਾਈਕਰੋ ਫਰੇਮਵਰਕ ਫॉर 3 years। ਮਤਲਬ ਜਿਹੜਾ ਵਿਕਾਸ ਹੈ ਕਰਨਾ ਜਾਂ ਅਰਥਨੀਤੀ ਜਿਹੜੀ ਬਣਨੀ ਹੈ ਉਹਦੇ ਬਾਰੇ 3 ਤਰ੍ਹਾਂ ਦੇ ਜਿਹੜੇ ਆ ਡਾਕੂਮੈਂਟ ਜਿਹੜੇ ਆ ਬਣਾਏ ਜਾਣ। ਪਹਿਲੇ ਡਾਕੂਮੈਂਟ ਨੂੰ ਅਸੀਂ ਵਿਜ਼ਨ ਡਾਕੂਮੈਂਟ ਕਹਿੰਦੇ ਜਿਹੜਾ ਕਿ 15 ਸਾਲ ਲਈ ਲਾਗੂ ਹੋਏਗਾ। ਦੂਸਰੇ ਨੂੰ ਅਸੀਂ ਜਿਹੜਾ ਹੈ ਸਟ੍ਰੈਟੇਜੀਕਲ ਜਾਂ ਤਕਨੀਕੀ ਡਾਕੂਮੈਂਟ ਕਹਿੰਦੇ ਆ ਜਿਹੜਾ ਕਿ 7 ਸਾਲ ਲਈ ਲਾਗੂ ਹੋਏਗਾ। ਠੀਕ ਹੈ ਜੀ। ਤਾਂ ਮਾਈਕਰੋ ਫਰੇਮਵਰਕ, ਦ ਨਿਊ ਅਪਰੋਚ ਟੂ ਦੀ ਪਲੈਨਿੰਗ ਵਿਲ ਬੀ ਅਡਾਪਟਡ ਆਫਟਰ 12th 5-year plans come to the end। ਮਤਲਬ ਇਹ ਜਿਹੜੀ ਵਿਵਸਥਾ ਜਿਸ ਵੇਲੇ ਪਲੈਨਿੰਗ ਕਮਿਸ਼ਨ ਨੂੰ ਭੰਗ ਕੀਤਾ ਗਿਆ ਸੀ, ਉਸ ਵੇਲੇ 12ਵਾਂ ਜਿਹੜਾ ਪਲਾਨ ਚੱਲ ਰਿਹਾ ਸੀਗਾ ਪਲੈਨਿੰਗ ਕਮਿਸ਼ਨ ਦਾ। ਠੀਕ ਹੈ ਜੀ। ਉਹ ਜਿਹੜਾ ਪਲੈਨਿੰਗ ਕਮਿਸ਼ਨ ਦਾ ਮਾਡਲ ਸੀਗਾ ਉਹ ਸੋਵੀਅਤ ਮਾਡਲ 'ਤੇ ਆਧਾਰਿਤ ਸੀਗਾ ਅਤੇ ਪੰਡਿਤ ਨਹਿਰੂ ਜਿਹੜੇ ਪਹਿਲੇ ਪ੍ਰਧਾਨ ਮੰਤਰੀ ਸਾਡੇ ਹੋਏ, ਉਹਨਾਂ ਨੇ ਪਲੈਨਿੰਗ ਕਮਿਸ਼ਨ ਦੀ ਜਿਹੜੀ ਸੀ ਸ਼ੁਰੂਆਤ ਕੀਤੀ ਸੀ। ਉਹਦੇ ਵਿੱਚ ਜਿਹੜੀਆਂ 12 ਪੰਚਵਰਸ਼ੀ ਯੋਜਨਾਵਾਂ ਜਿਹੜੀਆਂ ਸੀਗੀਆਂ ਉਹਦੇ ਅੰਡਰ ਜਿਹੜਾ ਵਿਕਾਸ ਦੀਆਂ ਦਰਾਂ ਜਿਹੜੀਆਂ ਸੈੱਟ ਕੀਤੀਆਂ ਗਈਆਂ ਸੀ। ਠੀਕ ਹੈ ਜੀ। ਅੰਡਰ ਨਿਊ ਅਪਰੋਚ ਲੌਂਗ ਟਰਮ ਪਲੈਨਿੰਗ, ਰੈਗੂਲਰ ਰਿਵਿਊਜ਼ ਐਂਡ ਚਿਲਡਰਨ। ਹੁਣ ਇਹਦੇ ਵਿੱਚ 3 ਵਿਵਸਥਾਵਾਂ ਕੀਤੀਆਂ ਗਈਆਂ ਕਿ ਲੌਂਗ ਟਰਮ ਪਲੈਨਿੰਗ ਵੀ ਅਸੀਂ ਕਰਨੀ ਹੈ ਅਤੇ ਸ਼ਾਰਟ ਟਰਮ ਪਲੈਨਿੰਗ ਵੀ ਕਰਨਾ ਹੈ, ਔਰ ਜਿਹੜਾ ਮੋਨੀਟਰਿੰਗ ਸਿਸਟਮ ਹੈ ਅਸੀਂ ਉਹਨੂੰ ਜਿਹੜਾ ਮੋਨੀਟਰ ਕਰਨ ਦਾ ਸਿਸਟਮ ਹੈ ਉਹ ਜਿਹੜਾ 3 ਸਾਲਾਂ ਵਾਸਤੇ ਜਿਹੜਾ ਉਹ ਕਰਨਾ। ਸੋ ਮੈਂ ਅੱਜ ਦਾ ਆਪਣਾ ਲੈਕਚਰ ਜਿਹੜਾ ਖਤਮ ਕਰਦਾ। ਇਹਨੂੰ ਪੜ੍ਹ ਲਈਓ ਇੱਕ ਵਾਰੀ। ਅਗਰ ਕੁਝ ਤੁਹਾਨੂੰ ਨਹੀਂ ਸਮਝ ਲੱਗਿਆ ਤੇ ਆਪਾਂ ਲਾਈਵ ਕਲਾਸ ਦੇ ਵਿੱਚ ਜਿਹੜਾ ਡਿਸਕਸ ਕਰ ਲਾਂਗੇ। ਥੈਂਕ ਯੂ ਫॉर ਅਟੈਂਡਿੰਗ ਦਿਸ ਕਲਾਸ। ਥੈਂਕ ਯੂ।